ਅੱਛਾ ਭੱਟ ਸਾਹਿਬ, ਤੁਸੀਂ ਨਾ ਫੀਲਡ 'ਚ ਕੰਮ ਕਰਦੇ ਹੋ, ਲੋਕਾਂ ਦੇ ਇੰਟਰਵਿਊ ਲੈਂਦੇ ਹੋ, ਲੋਕਾਂ ਦੇ ਰਿਵਿਊ ਲੈਂਦੇ ਹੋ। ਮੈਨੂੰ ਇਹ ਦੱਸੋ, ਮਹਿੰਗਾਈ ਤੋਂ ਕਿੰਨੀ ਕੁ ਪਰੇਸ਼ਾਨ ਹੈ ਆਵਾਮ? ਕਸਮ ਖਾ ਕੇ ਅੱਲਾਹ ਪਾਕ ਦੀ, ਦੱਸੋ। ਮੇਰੇ ਸਮੇਤ ਮਹਿੰਗਾਈ ਤੋਂ ਬਹੁਤ ਤੰਗ ਹੈ। ਅੱਛਾ। ਇਹ ਤੇ ਅੱਲਾਹ ਸ਼ੁਕਰ ਹੈ ਨਾ, ਅੱਲਾਹ ਪਾਕ ਸਾਨੂੰ ਰਿਜ਼ਕ ਰੋਟੀ ਦੇ ਰਿਹਾ ਹੈ। ਚਲੋ ਮੇਰੇ ਦੇ ਘਰ ਦਾ ਗੁਜ਼ਰ ਬਸਰ ਹੋ ਰਿਹਾ ਹੈ, ਤੇ ਜਿਹੜਾ ਗੁਜ਼ਰ ਬਸਰ ਨਹੀਂ ਨਾ ਹੋ ਰਿਹਾ, ਤੁਸੀਂ ਉਹਦੀ ਗੱਲਾਂ ਸੁਣੋ। ਮੈਂ ਕਸਮ ਖਾ ਕੇ ਕਹਿਣਾ ਵਾਂ ਕਿ ਤੁਸੀਂ ਰੋ ਪਾਓਗੇ। ਔਰ ਕੱਲ ਮੈਂ ਨਾਰਕਲੀ ਦੇ ਬਾਹਰ ਇੱਕ ਬੰਦੇ ਦਾ ਇੰਟਰਵਿਊ ਕੀਤਾ ਹੈ। ਮੇਰਾ ਚੈਨਲ ਦੇਖ ਲਓ, ਮੇਰੀ ਫੇਸਬੁੱਕ ਦਾ ਚੈਨਲ ਦੇਖ ਲਓ, ਉਹਦੇ ਵਿੱਚ ਹੁਣੇ ਵੀਡੀਓ ਲੱਗੀ ਜੇ 1 ਘੰਟਾ ਪਹਿਲੇ, ਸਵਾ ਘੰਟਾ ਪਹਿਲੇ। ਉਹ ਬੰਦੇ ਨੂੰ ਦੇਖ ਲਵੋ। ਅਗਰ ਮੈਂ ਕਹਿੰਦਾ ਵਾ ਜੇ ਉਹ ਵੀਡੀਓ ਦੇਖ ਕੇ ਤੁਸੀਂ ਨਾ ਰੋਏ, ਜਾਂ ਫਿਰ ਤੁਸੀਂ ਪੱਥਰ ਦਿਲ ਇਨਸਾਨ ਹੋ, ਜੇ ਤੁਸੀਂ ਨਾ ਰੋਏ, ਤੇ ਜਾਂ ਫਿਰ ਤੁਹਾਡੇ ਸੀਨੇ 'ਚ ਦਿਲ ਹੀ ਨਹੀਂ ਆ ਜੇ ਵੀਡੀਓ ਦੇਖ ਕੇ ਤੁਸੀਂ ਨਾ ਰੋਏ। ਔਰ ਕਸਮ ਖੁਦਾ ਦੀ, ਅੱਜ ਮੈਂ ਆਪਣੇ ਘਰ ਬੈਠ ਕੇ ਵੀਡੀਓ ਦੇਖ ਕੇ ਆਪ ਵੀ ਰੋ ਪਿਆ। ਮੈਨੂੰ ਇਹ ਦੱਸੋ ਕਿ ਮਰੀਮ ਨਵਾਜ਼ ਨੇ ਬਹੁਤ ਜ਼ਿਆਦਾ ਡਿਪਾਰਟਮੈਂਟ ਬਣਾ ਲਿੱਤੇ ਨੇ, ਸਫਾਈ ਲਈ ਬਣਾਏ ਨੇ, ਇੰਕਰੋਚਮੈਂਟ ਲਈ ਬਣਾਏ ਨੇ, ਠੀਕ ਹੈ, ਹਰ ਡਿਪਾਰਟਮੈਂਟ ਨੂੰ ਫਾਲ ਕਰ ਰਹੀ ਹੈ, ਠੀਕ ਹੈ। ਮੈਨੂੰ ਇਹ ਦੱਸੋ ਕਿ ਪੀਰਾ ਫੋਰਸ ਕਿੰਨੀ ਕੀ ਕਰਪਸ਼ਨ ਕਰ ਰਹੀ ਹੈ? ਜਰਾ ਖੁੱਲ੍ਹ ਕੇ ਦੱਸੋ ਯਾਰ, ਅਸੀਂ ਆਪਣੇ ਚੈਨਲ ਤੇ ਚਲਾਈਏ ਤਾਂ ਕਿ ਸਾਡੀ ਜਿਹੜੀ ਵਜ਼ੀਰ ਆਲਾ ਪੰਜਾਬ ਹੈ, ਤੁਸੀਂ ਫੀਲਡ 'ਚ ਕੰਮ ਕਰ ਰਹੇ ਹੋ ਭਾਜੀ। ਮੈਂ ਇੱਕ ਜਗ੍ਹਾ ਤੇ ਵੀਡੀਓ ਕਰਨ ਗਿਆ, ਕਿੰਨੀ ਕੀ ਕਰਪਸ਼ਨ ਕਰ ਰਹੀ ਹੈ? ਸੁਣ ਲਓ, ਮੈਂ ਇੱਕ 2 ਜਗ੍ਹਾ 3 ਜਗ੍ਹਾ ਤੇ ਵੀਡੀਓ ਕਰਨ ਗਿਆ ਜਾਨਵਰਾਂ ਦੀ। ਅੱਛਾ। ਉਹਨੇ ਕਿਹਾ ਭਾਜੀ ਪੀਰਾ ਫੋਰਸ ਜਿਹੜੀ ਹੈ ਨਾ ਆਈਏ। ਅੱਛਾ। ਸਾਨੂੰ ਨੇ ਜ਼ਦਕੋਬ ਕੀਤਾ। ਅੱਛਾ। ਔਰ ਸਾਡੇ ਕੋਲ 40,000 ਰੁਪਏ ਲੈ ਕੇ ਗਈ ਏ। ਮੈਂ ਅੱਲਾ ਦੀ ਜ਼ਮੀਨ ਤੇ ਬੈਠਾ ਵਾਂ, ਮੇਰੇ ਕੋਲ ਬੰਦਾ ਗਵਾਹ, ਮੈਂ ਨਾਂ ਨਹੀਂ ਲੈਣਾ। ਅੱਛਾ। ਜੇ ਜ਼ਰੂਰਤ ਪਏਗੀ ਅਸੀਂ ਦੱਸ ਦਾਂਗੇ, ਇਹ ਤੇ ਸਾਡਾ ਪਏਗੀ ਤੇ ਮੈਂ ਦੱਸ ਦਾਂਗੇ। ਉਹਨੇ ਕਿਹਾ ਭੱਟ ਸਾਹਿਬ ਯਕੀਨ ਮੰਨੋ, ਔਰ 40,000 ਰੁਪਏ ਦਿੱਤਾ ਹੈ। ਅੱਛਾ। ਤੇ ਨਹੀਂ ਤੇ ਸਾਡੇ ਚਾਚੇ ਨੂੰ ਫੜ ਕੇ ਲੈ ਗਏ ਸੀ। ਅੱਛਾ। ਤੇ 40,000 ਨਾ ਦਿੰਦੇ, ਉਹ ਕਹਿੰਦੇ ਸਾਡੇ ਅਸੀਂ ਤੁਹਾਡੇ ਉਹ ਵਾਲੇ ਮੁਕੱਦਮੇ ਪਾਵਾਂਗੇ, ਤੁਹਾਡੇ ਜਾਨਵਰ ਵੀ ਜ਼ਬਤ ਕਰ ਲਾਂਗੇ। ਤੇ ਉਹਨੇ 40,000 ਦਿੱਤਾ ਹੈ ਤੇ ਖੁੱਲ ਡੁੱਲ ਕੇ ਕੰਮ ਹੋ ਰਿਹਾ, ਡਰਾ ਕੇ, ਧਮਕਾ ਕੇ। ਪਹਿਲੇ ਉਹਨਾਂ ਦਾ ਚਾਚਾ ਫੜਿਆ, ਚਾਚਾ ਫੜਿਆ, ਉਹ ਚਾਚੇ ਨੂੰ ਡਰਾ ਕੇ ਤੇ ਫਿਰ ਉਹਨਾਂ ਕੋਲ 40,000 ਰੁਪਏ ਲੈ ਗਏ, ਈਦ ਵੀ ਲੈ ਕੇ ਗਏ ਹੋਣਗੇ। ਅੱਛਾ। ਇਹ ਕੰਮ ਗਵਰਨਮੈਂਟ ਆਫ ਪੰਜਾਬ ਨਹੀਂ ਕਰ ਰਹੀ, ਮਰੀਮ ਨਵਾਜ਼ ਨਹੀਂ ਕਰ ਰਹੀ, ਲੇਕਿਨ ਉਹਨੂੰ ਵੇਖਣਾ ਚਾਹੀਦਾ ਉਹਦੇ ਮਾਂ ਤਖਤ ਜਿਹੜੇ ਉਹਦੇ ਮਾਂ ਤਖਤ ਜਿਹੜੇ ਨੇ ਉਹ ਕਿਸ ਤਰੀਕੇ ਨਾਲ ਆਵਾਮ ਨੂੰ ਲੁੱਟ ਰਹੇ ਨੇ। ਇੱਕ ਤਾਂ ਮਹਿੰਗਾਈ ਹੈ, ਦੂਸਰਾ ਤੁਸੀਂ ਆਵਾਮ ਨੂੰ ਲੁੱਟ ਰਹੇ ਹੋ। ਯਾਰ ਜੋ ਮੈਂ ਗੱਲ ਕੱਢਣਾ, ਜਿਹੜੀ ਮੈਂ ਵੀਡੀਓ ਦੀ ਗੱਲ ਕੀਤੀ ਹੈ, ਉਹ ਕਹਿੰਦਾ ਮੈਂ ਫਾਰਜ ਦਾ ਮਰੀਜ਼ ਹਾਂ, ਮੇਰਾ ਇੱਕ ਪਿਪੜਾ ਡੈਮੇਜ ਹੋ ਗਿਆ, ਮੈਂ ਟੀਬੀ ਦਾ ਮਰੀਜ਼ ਹਾਂ, ਮੇਰੀ ਮਾਂ ਨੂੰ ਕੈਂਸਰ ਹੈ, ਜਿਹੜੀ ਮੈਂ ਵੀਡੀਓ ਕੀਤੀ ਅੱਜ ਦੇਖ ਲਓ ਚੈਨਲ ਤੇ। ਉਹ ਕਹਿੰਦਾ ਮੈਂ ਸ਼ਰਬਤ ਲਾਣਾ ਸਾਂ, 4-5 ਬੋਤਲਾਂ ਵੇਚ ਕੇ ਘਰ ਬੱਚਿਆਂ ਦੇ ਰੋਟੀ ਲੈ ਕੇ ਜਾਣਾ ਸਾਂ। ਮੇਰੀ ਵੀਡੀਓ ਸੁਣੋ, ਉਹਨੇ ਕੀ ਕਿਹਾ? ਉਹਨੇ ਕਿਹਾ ਪੈਰਾ ਫੋਰਸ ਆਈਏ, ਕਮੇਟੀ ਵਾਲੇ ਆਏ ਨੇ। ਪੈਰਾ ਫੋਰਸ ਨਹੀਂ, ਕਮੇਟੀ ਵਾਲੇ ਆਏ ਨੇ, ਮੇਰੀ ਰੇੜੀ ਤੋੜ ਗਏ ਨੇ, ਬੋਤਲਾਂ ਵੀ ਤੋੜ ਗਏ ਨੇ। ਪੈਰਾ ਫੋਰਸ ਸੀ ਉਹ, ਕਮੇਟੀ ਵਾਲੇ ਪੈਰਾ ਫੋਰਸ ਸੀ। ਕਹਿੰਦਾ ਜੀ ਮੈਂ ਬੇਰੋਜ਼ਗਾਰ ਹੋ ਗਿਆ, ਔਰ ਅੱਜ ਮੈਂ ਆਪਣੇ ਬੱਚਿਆਂ ਸੇ ਫਲ ਲੈਣ ਸੇ ਮੈਂ ਕਿਸੇ ਕੋਲ 300 ਦਾ ਪੜਿਆ ਤਾਂ ਆਪਣੇ ਬੱਚਿਆਂ ਨੂੰ ਤਰਬੂਜ ਲਾ ਕੀਤਾ। ਔਰ ਐਕਸਾਈਜ਼ ਵਾਲੇ ਜਿਹੜੇ ਪ੍ਰਾਪਰਟੀ ਟੈਕਸ ਦੇ ਜ਼ਰੀਏ ਵੀ ਲੋਕਾਂ ਨੂੰ ਬਲੈਕਮੇਲ ਕਰ ਰਹੇ ਨੇ, ਦੁਕਾਨਾਂ ਸੀਲ ਕਰ ਰਹੇ ਨੇ, ਘਰ ਸੀਲ ਕਰ ਰਹੇ ਨੇ। ਇੱਕ ਤੇ ਤੁਸੀਂ ਸੇਮ ਸਾਹਿਬਾ ਕਿਉਂ ਨਹੀਂ ਇਹ ਚੀਜ਼ਾਂ ਦੇਖਦੇ ਪਏ? ਇੱਕ ਤੇ ਤੁਸੀਂ ਲੋਕਡਾਊਨ ਲਾਇਆ ਆ, ਆਵਾਮ ਨੂੰ ਤੁਸੀਂ ਕਾਰੋਬਾਰ ਨਹੀਂ ਕਰਨ ਦੇ ਰਹੇ, ਠੀਕ ਹੈ। ਉਤੋਂ ਤੁਸੀਂ ਜਿਹੜੇ ਉਹਨਾਂ ਦੇ ਉੱਤੇ ਆਪਣੇ ਮਾਂ ਤਖਤ ਅਦਾਰੇ ਛੱਡ ਦਿੱਤੇ ਨੇ, ਜਿਹੜੇ ਉਹ ਕਹਿ ਰਹੇ ਨੇ ਕਿ ਜੀ ਜੋ ਨਹੀਂ ਤੇ ਤੁਹਾਨੂੰ ਬੰਦ ਕਰ ਦਿਆਂਗੇ, ਮੋਟਰਸਾਈਕਲ ਤੇ ਤੁਹਾਨੂੰ ਬੰਦ ਕਰ ਦਿਆਂਗੇ, ਚਲਾਨ ਹੈ ਤੇ ਉਸੇ ਟਾਈਮ ਤੁਸੀਂ ਪੇ ਕਰਨਾ ਹੈ। ਅਗਰ ਬੰਦੇ ਦੇ ਜੇਬ ਵਿੱਚ ਪੈਸੇ ਨਹੀਂ ਹੈ ਤੇ ਉਹ ਉੱਥੇ ਬੰਨਿਆ ਜੀ। ਭਾਜੀ ਮੈਂ ਤੁਹਾਡੀ ਗੱਲ ਕੱਟਾਂ, ਇੱਕ ਰਿਕਸ਼ੇ ਦਾ ਮੈਂ ਇੰਟਰਵਿਊ ਕਰਨ ਡਿਆ, ਰਿਕਸ਼ੇ ਵਾਲਾ ਸਾਰਜਨ ਨੇ ਚਲਾਨ ਕੀਤਾ ੜਾ, ਉਹ ਕਹਿੰਦਾ ਮੇਰਾ ਪਹਿਲਾ ਫੇੜਾ ਹੈ, ਮੈਨੂੰ ਹਾਲੇ ਪੈਸੇ ਵੀ ਨਹੀਂ ਮਿਲੇ, ਹਾਲੇ ਮੈਂ ਮਾਲ ਪਹੁੰਚਾਇਆ ਵੀ ਨਹੀਂ। ਇਹਨਾਂ ਨੇ ਮੇਰਾ 2,000 ਦਾ ਚਲਾਨ ਕਰਤਾ, 2100 ਰੁਪਏ ਦਾ, 100 ਰੁਪਏ ਮੈਂ ਉੱਤੇ ਦੇਣਾ ਹੈ। ਹੁਣ ਮੈਂ ਕੀ ਕਰਾਂ, ਕਿੱਥੋਂ ਲਿਆਵਾਂ 2100 ਰੁਪਇਆ? ਮੈਨੂੰ ਤਾਂ ਪੈਸੇ ਨਹੀਂ ਮਿਲੇ। ਅਗਰ ਮੈਂ ਮਾਲਕ ਨੂੰ ਕਹਿਣਾ ਤਾਂ ਕਹਿੰਦਾ ਮਾਲਕ ਨੂੰ ਕਿਸ ਤਰ੍ਹਾਂ ਕਹਾਂ, ਮੇਰੇ ਮੋਬਾਈਲ ਤੇ ਬੈਲੈਂਸ ਨਹੀਂ ਆ, ਮੇਰੇ ਕੋਲ ਤੇ ਇਸ ਵੇਲੇ 50 ਰੁਪਏ ਨਹੀਂ ਹੈ ਬੈਲੈਂਸ ਪਵਾਉਣ ਸੇ, ਤੇ ਵਾਟਰ ਵਾਲੇ ਨੇ ਮੈਨੂੰ ਫੜ ਲਿੱਤਾ। ਹੁਣ ਅਗਰ ਇਹ ਮਾਲ ਮੈਂ ਨਾ ਪਹੁੰਚਾਇਆ ਉੱਥੇ, ਉਹਨਾਂ ਨੇ ਕਹਿਣਾ ਮੈਂ ਰਕਸ਼ੇ ਵਾਲਾ ਸਮਾਨ ਲੈ ਕੇ ਨੱਸ ਗਿਆ। ਯਾਰ ਦੇਖੋ ਕਿ ਇਹ ਚੀਜ਼ਾਂ ਅਗਰ ਸੀਐਮ ਇਸ ਚੀਜ਼ਾਂ ਦੇ ਉੱਤੇ ਆਪਣਾ ਫੋਕਸ ਨਹੀਂ ਕਰਨਗੇ ਤੇ ਲੋਕ ਤੇ ਹੁਕੂਮਤ ਨੂੰ ਬੁਰਾ ਭਲਾ ਕਹਿਣਗੇ। ਤੇ ਉਹ ਕਹਿ ਰਹੇ ਨੇ ਸੀਐਮ ਸਾਹਿਬਾਂ ਨੂੰ ਕਹਿ ਰਹੇ ਨੇ, ਸੀਐਮ ਸਾਹਿਬਾਂ ਨੂੰ, ਹਾਲਾਂਕਿ ਸੀਐਮ ਸਾਹਿਬਾਂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਆ, ਕਿਉਂਕਿ ਮਾਂ ਤਖਤ ਇਦਾਰੇ ਨੇ, ਕਿਸੇ ਇਦਾਰੇ ਦੇ ਬੰਦੇ ਨੇ ਇੰਡੀਵਿਜੂਅਲ। ਸਰ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਅੱਛਾ, ਉਹਨਾਂ ਨੂੰ ਪਤਾ ਹੈ, ਉਹਨਾਂ ਨੂੰ ਪਤਾ ਹੀ ਆ। ਮੈਨੂੰ ਲੱਗਦਾ ਕਿ ਰੋਜ਼ ਅਪਡੇਟ ਜਾਂਦੀ ਏ। ਉਹ ਸਾਡੀ ਸੀਐਮ ਸਾਹਿਬਾਂ ਨੇ, ਮੈਂ ਸਲੂਟ ਕਰਨਾ ਵਾ, ਐ ਨਾ ਹੋਵੇ ਕਿਤੇ ਤੁਸੀਂ ਮੈਨੂੰ ਇਹ ਸਮਝੋ ਕਿ ਸ਼ਾਇਦ ਮੈਂ ਸੀਐਮ ਸਾਹਿਬਾਂ ਦੀ ਮੈਂ ਸਲੂਟ ਕਰਨਾ ਵਾ। ਮੈਂ ਕਹਿੰਦਾ ਵਾ ਖੁਦਾਰਾ ਆਪਣੇ ਦਾਰਿਆਂ ਨੂੰ ਥੱਲੇ ਦੇਖੋ। ਮੈਂ ਰੋਜ਼ ਇੰਟਰਵਿਊ ਕਰਨਾ ਸੜਕਾਂ ਉੱਤੇ, ਔਰ ਮੇਰੀ ਅੱਖਾਂ ਚਾਂਸੂ ਹੁੰਦੇ ਨੇ ਜਦੋਂ ਮੈਂ ਉਹਨਾਂ ਦੀ ਗੱਲਾਂ ਸੁਣਨਾ ਵਾ। ਮੈਂ ਕਹਿੰਦਾ ਉਹ ਆਵਾਜ਼ ਸਾਡੀ ਸੀਐਮ ਸਾਹਿਬਾਂ ਦੇ ਕੰਨਾਂ ਤੇ ਪਹੁੰਚੇ। ਸਾਡੀ ਸੀਐਮ ਸਾਹਿਬਾਂ ਬੜੇ ਨਰਮ ਦਿਲ ਦੀ ਮਾਂ ਹੈ ਸਾਡੀ। ਹਾਂਜੀ, ਸਾਡੀ ਮਾਂ ਹੈ। ਖੁਦਾਰਾ ਮੈਂ ਹੱਥ ਜੋੜਨਾ, ਸੀਐਮ ਸਾਹਿਬਾਂ
ਆਪਣੇ ਥੱਲੇਦਾਰਾਂ ਨੂੰ ਦੇਖੋ, ਇਹ ਬੜੇ ਜ਼ੁਲਮ ਕਰਦੇ ਆਪਣੇ ਗਰੀਬਾਂ ਦੇ ਨਾਲ। ਦੇਖੋ ਨਾ ਕਿ ਅਜ਼ਾਨਾਂ ਹੋ ਰਹੀਆਂ, ਮੈਂ ਝੂਠ ਨਹੀਂ ਬੋਲਦਾ ਪਿਆ। ਵਾਰਡਨ ਨੇ ਉਹ ਇੱਕ ਜ਼ੁਲਮ ਕਰ ਰਹੇ ਨੇ, ਫਿਰ ਉਸ ਤੋਂ ਬਾਅਦ ਜਿਹੜਾ ਵੀ ਅਦਾਰਾ ਆਇਆ ਵਾਰਡਨ ਨੂੰ ਉਹ ਮਿਲੇ ਨੇ, ਇਖਤਿਆਰਾਤ ਮਿਲੇ ਨੇ, ਵਾਰਡਨ ਨੂੰ ਮਿਲਿਆ, ਰੋਜ਼ ਦਾ ਤੂੰ ਸੋਚ ਚਲਾਨ ਕਰਨਾ ਹੈ। ਯਾਰ ਇਹ ਮਿਲਿਆ ਜਾਂ ਨਹੀਂ ਮਿਲਿਆ ਸਾਨੂੰ ਇਹਦੀ ਕੋਈ ਪੱਕਾ ਤਾਂ ਨਹੀਂ ਨਾ ਪਤਾ ਹੈ ਕਿ ਮਿਲਿਆ ਹੈ ਕਿ ਨਹੀਂ ਮਿਲਿਆ। ਅਸੀਂ ਦੇਖੋ ਨਾ ਮੈਂ ਵਾਰਡਨ ਦਾ ਨਾਂ ਲਵਾਂ ਜਿਹਨੇ ਮੈਨੂੰ ਇਹ ਗੱਲ ਕਹੀ ਹੈ ਸਰ, ਮੈਂ ਕਿ ਭਾਈ ਸਾਨੂੰ ਹੁਕਮ ਹੈ, ਨਹੀਂ ਤੁਸੀਂ ਨੌਕਰੀ ਤੋਂ ਫਾਰਗ ਹੋ ਜਾਗੇ। ਸਾਨੂੰ ਉਹਨਾਂ ਨੇ ਉਹ ਕਾਨੇ ਕਾਚੇ ਛੁੱਟ ਦੇਣਾ ਜੇ ਅਸੀਂ ਸੋਚ ਚਲਾਨ ਨਾ ਦਿੱਤੇ। ਸਰ ਮੈਨੂੰ ਬੰਦਾ ਮੇਰੇ ਕੋਲ ਮੌਜੂਦ ਹੈ, ਮੈਂ ਨਾਂ ਨਹੀਂ ਲੈਣਾ। ਮੈਨੂੰ ਨਹੀਂ ਲੱਗਦਾ ਕਿ ਮੈਨੂੰ ਨਹੀਂ ਲੱਗਦਾ ਕਿ ਆਫੀਸਰ ਇਹੋ ਜਿਹਾ ਆਰਡਰ ਕਰਦੇ, ਥੱਲੇ ਵਾਲਾ ਬੰਦਾ ਆਰਡਰ ਕਰਦੇ ਹੋਣਗੇ। ਹਾਂ, ਥੱਲੇ ਵਾਲੇ ਬੰਦੇ ਆਰਡਰ ਕਰ ਦਿੰਦੇ ਹੋਣਗੇ ਤੇ ਆਫੀਸਰ ਨਹੀਂ ਥੱਲੇ ਵਾਲੇ ਬੰਦੇ ਨੇ ਭਾਈ ਟਾਰਗੇਟ ਮਿਲਿਆ ਜੇ ਤੇ ਇਹ ਸੋਚ ਚਲਾਨ ਕਰਨਾ ਜੇ ਰੋਜ਼ ਦਾ। ਅੱਛਾ, ਗਰੀਬ ਮਸਕੀਨ ਯਤੀਮ ਜੋ ਮਰਜ਼ੀ ਹੋਵੇ ਤੁਸੀਂ ਚਲਾਨ ਕਰਨਾ। ਅੱਛਾ, ਮੈਨੂੰ ਨਹੀਂ ਲੱਗਦਾ ਕਿ ਕਦੀ ਵੀ ਗਵਰਨਮੈਂਟ ਆਪਣੇ ਵੋਟ ਬੈਂਕ ਨੂੰ ਖਰਾਬ ਕਰਨ ਲਈ ਆਪਣੇ ਬਾਤਖਤਦਾਰਿਆਂ ਨੂੰ ਕਹੇ ਕਿ ਜੀ ਤੁਸੀਂ ਆਵਾਮ ਨੂੰ ਕੋਈ ਸੁੱਟੋ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਆਪਣੀ ਇੰਡੀਵਿਜੂਅਲ ਜ਼ਿੰਮੇਵਾਰੀ ਦੇ ਤਖਤ ਜਿਹੜਾ ਨਾ ਆਵਾਮ ਨੂੰ ਪਰੇਸ਼ਾਨ ਕਰ ਰਹੇ ਨੇ। ਗਵਰਨਮੈਂਟ ਨੂੰ ਚਾਹੀਦਾ ਹੈ ਕਿ ਇਹਨਾਂ ਦੇ ਉੱਤੇ ਆਪਣੀ ਗ੍ਰਿਪ ਨੂੰ ਮਜ਼ਬੂਤ ਕਰਨ। ਮੇਰੇ ਲਾ ਤਦਾਦ ਇੰਟਰਵਿਊ ਨੇ ਜਿਹੜੇ ਚ ਮੈਂ ਅਕਸਰ ਆਪਣੇ ਮੁਹਾਫਿਜ਼ ਭਾਈਆਂ ਨੂੰ ਰੋਕਿਆ ਭਜਨ ਆਪਨੇ क्यों नहीं हेलमेट पहना। हाँ, और वो उन्होंने मेरे साथ बातमीजी की है। अच्छा, और मैं उनको कह रहा हूँ कि भाई धमकियाँ लगाई हैं आपको और मुझे कहा है कि तेरा माइक तोड़ देंगे इनका। तशद्दुद था। मैं कहा यार तुम मैं जो मर्जी कर लो, मैं ये आवाज़ अपनी सीएम साहब तक पहुंचानी है कि तुसी क्यों गरीब आदमी ਲਈ ਹੈਲਮਟ ਹੈ, ਤੁਹਾਡੇ ਲਈ ਹੈਲਮਟ ਨਹੀਂ ਆ। ਯਾਰ ਮੈਂ ਇੱਕ ਨਾ ਗੁਜ਼ਾਰਿਸ਼ ਕਰਾਂ ਕੋਈ ਗੱਲ ਦੱਸਵਾ, ਕਈ ਪੁਲਿਸ ਵਾਲੇ ਆਪਣੀ ਨੰਬਰ ਪਲੇਟਾਂ ਵੀ ਫੋਰਡ ਕਰ ਲੈਂਦੇ। ਅੱਛਾ, ਮੈਂ ਨਾ ਗੁਜ਼ਾਰਿਸ਼ ਕਰਾਂਗਾ ਮੇਰੇ ਵੱਲੋਂ, ਮੈਨੂੰ ਲੱਗਦਾ ਕਿ चलान दी जरी प्राइस ज़्यादा होने की वजह ना करप्शन हो गई है, अजान हो गई है। तो ये जो व्लॉग है ना, ये अजान के बाद हम इसको जारी करते हैं। अच्छा भट्ट साहब, मैंने इस तरह लगता है कि चलान की प्राइस ज़्यादा होने की वजह ना करप्शन बहुत ज़्यादा हो गई है। बिल्कुल हाँ जी, ठीक है। जिते 2000 रुपये का चलान मोटरसाइकिल वाले का हो रहा है या वो FIR हो रही है, वो कोशिश होगी मैं थोड़े जिन्ने पैसे दे के, थोड़े ज़्यादा पैसे दे के भी अपने आप तो FIR तो बचावा। ठीक है, बड़े चलान दे थोड़े पैसे दे के मैं छुट जावां और करप्शन स्टार्ट हो गई। बड़े मस्जियां दे वड्डियां गड्डियां दे 20,000 रुपये चलान हो रहे सन। ठीक है, मैं वेख्या जी जिदा 20,000 रुपये चलान हो रहा, वो 5,000 रुपया 7,000 रुपया दे के उन्हें अपनी गड्डी छुड़ा ली थी। मैं भी देखिया ठीक है, क्योंकि मैं तो कैमरा फड़ के रोड उत्ते उन्होंने लेकिन मैं उन्होंने नहीं किया। इस तरह ना करन, उन्होंने मामूली रेट ते लैके आन 200-300 रुपये का चलान होवे, ताकि एक बंदा जरा ना कर उन्हें कोई वायोलेशन की ना वो चलान पे करे। ठीक है, रिश्वत तो मुआशरा बच सकता है। चलान हो गया बंदे दा, तेरी नंबर प्लेट नहीं, हाँ, तेरा सामान बाहर निकलिया है, हाँ, तू खतरनाक असले रोड ਲਈ है और ਇਹ ਚਲਾਨ ਹੋ ਗਿਆ। ਉਹਦਾ ਸਮਾਨ ਲਾਣਾ ਚਾਹੀਦਾ, ਉਹਦਾ ਸਮਾਨ ਲਾ ਕੇ, ਹਾਂ, ਉਹਦੀ ਫੋਟੋ ਲਾ ਕੇ ਉਹਨੂੰ ਬਾਵਰ ਕਰਾਇਆ ਜਾਵੇ ਔਰ ਮਾਲਕ ਨੂੰ ਬੁਲਾ ਕੇ ਉਹੀ ਬੰਦਾ ਅਗਲੇ ਦਿਨ ਆਪਣਾ ਚਲਾਨ ਕਵਰ ਕਰਨਾ ਸੇ ਉਹ ਛੱਤ ਦੇ ਉੱਤੇ ਹੋਰ ਸਮਾਨ ਲਾਦਾ ਤੇ ਪੁਲਿਸ ਵਾਲਾ ਕਹਿੰਦਾ ਭਾਈ ਮੇਰਾ ਚਲਾਨ ਹੋ ਗਿਆ। ਲੇਦਾ ਕਹਿੰਦਾ ਅੱਛਾ ਹਾਲੇ ਤੇਰੇ 3 ਦਿਨ ਬਾਅਦ ਹੋਣਾ ਜਾ। ਸਾਰਾ ਤਾਂ 40 ਫੁੱਟ ਦੇ ਸਰੀਏ ਜਰੇ ਨੇ, ਤੁਸੀਂ ਦੇਖਦੇ ਨਹੀਂ ਵੀ ਛੋਟੀ ਗੱਡੀ ਤੇ ਜਾ ਰਹੇ ਨੇ, ਅੱਗੋਂ ਵੀ ਨਿਕਲੇ ਨੇ। ਉਹਨਾਂ ਚਲਾਨ ਹੋਇਆ, ਉਹਨੂੰ ਰੋਕਦੇ ਨਹੀਂ। ਹੋਣਾ ਤੇ ਚਾਹੀਦਾ ਕਿ ਉਹਦਾ ਤੇ ਸਮਾਨ ਲਾਣਾ ਚਾਹੀਦਾ। ਹਾਂਜੀ, ਔਰ ਮਾਲਕ ਨੂੰ ਬੁਲਾਉਣਾ ਚਾਹੀਦਾ ਕਿ ਭਈ ਇਹਨੂੰ ਪ੍ਰੋਪਰ ਗੱਡੀ ਤੇ ਲੈ ਕੇ। ਇੰਨਾ ਟਾਈਮ ਨਹੀਂ ਉਹਨਾਂ ਕੋ ਟ੍ਰੈਫਿਕ ਵਾਰਡਨ ਵਾਲਿਆਂ ਕੋ, ਭਾਵੇਂ ਬੰਦੇ ਮਾਰ ਦੇਵੇ ਕਿ ਜਾ ਕੇ ਸੜਿਆ ਤੇ ਉਹਨਾਂ ਦੇ ਮਰ ਜਾਣ ਬੰਦੇ, ਸਰੀਏ ਦੇ ਵਿੱਚ ਵੱਜ ਜਾਣ। ਕਿਸ ਚੀਜ਼ ਦਾ ਚਲਾਨ ਕਰ ਰਹੇ? ਹਾਂਜੀ, ਮੈਂ ਸਰੀਏ ਦੇਖੇ ਨੇ ਨਿਕਲਦੇ ਹੋਏ ਔਰ ਮੈਂ ਇੱਕ ਇਹ ਨਿਕਲਦੇ ਨੇ ਲੰਡੇ ਦੇ ਚੋਂ ਨਿਕਲਦੇ ਨੇ। ਮੈਂ ਉਹ ਵਾਰਡਨ ਵਾਲੇ ਭਾਈ ਨੂੰ ਕਿਹਾ, ਮੈਂ ਕਿਹਾ ਭਾਈ ਯਾਰ ਤੁਸੀਂ ਇਹ ਦੇਖਦੇ ਪਿਓ ਸਰੀਏ ਕਿੱਡੇ ਖਤਰਨਾਕ ਨੇ, ਅੱਲਾ ਨਾ ਕਰੇ ਕੋਈ ਪਿੱਛੋਂ ਆ ਕੇ ਕੋਈ ਬ੍ਰੇਕ ਨਾ ਲੱਗੇ ਉਹ ਵੱਜ ਜਾਵੇ ਮਰ ਜਾਏ। ਕੋਈ ਕਹਿੰਦਾ ਭਾਈ ਅਸੀਂ ਕੀ ਕਰ ਸਕਦੇ ਹਾਂ। ਉਹਨਾਂ ਨੇ ਬਸ ਚਲਾਨ ਕਰਨਾ ਤੇ ਚਲਾਨ ਹੋ ਗਿਆ। ਉਹਨਾਂ ਨੂੰ ਕੋਈ ਮੇਰੇ ਖਿਆਲ ਨਾਲ ਕੋਈ ਫਿਕਰ ਹੈ ਹੀ ਨਹੀਂ, ਸਿਰਫ ਰੈਵਨਿਊ ਇਕੱਠਾ ਕਰਨਾ ਹੈ, ਪੈਸਾ ਇਕੱਠਾ ਕਰਨਾ ਹੈ। ਅੱਲਾ ਕਰੇ ਸਾਡੀ ਇਹ ਵੀਡੀਓ ਪਹੁੰਚੇ ਉਹਨਾਂ ਤੱਕ, ਉਹਨਾਂ ਨੂੰ ਪਤਾ ਲੱਗੇ ਕਿ ਹੁਕਮਰਾਨਾਂ ਬਾਲਾ ਤੱਕ ਪਹੁੰਚੇ, ਪ੍ਰੋਪਰ ਉਹਨਾਂ ਨੂੰ ਸਾਡੀ ਆਵਾਜ਼ ਨੂੰ ਸਮਝਣ, ਸਾਡੇ ਦਰਦ ਨੂੰ ਸਮਝਣ, ਅਸੀਂ ਕੀ ਕਹਿਣਾ ਚਾਹੁੰਦੇ ਹਾਂ। ਠੀਕ ਹੈ, ਇੱਕ ਲੋਕਾਂ ਦੇ ਕੋਲ ਰੋਟੀ ਖਾਣ ਜੋਗੇ ਪੈਸੇ ਨਹੀਂ ਹੈ, ਪੈਟਰੋਲ ਪਵਾਉਣ, ਤੁਸੀਂ ਦੇਖੋ ਰਾਤ ਨੂੰ ਸੜਕਾਂ ਖਾਲੀ ਹੁੰਦੀਆਂ ਨੇ, ਖਾਲੀ ਫਿਰ ਵੀ ਚਲਾਨ ਹੋ ਰਿਹਾ ਹੁੰਦਾ। ਠੀਕ ਹੈ, ਮੈਂ ਦਵਾਂ ਸਰਕਾਰ ਚਲਾਨ ਸਵੇਰ ਦੇ ਟਾਈਮ ਸ਼ੁਰੂ ਹੋ ਜਾਂਦੇ ਨੇ, ਕੋਈ ਬੰਦਾ ਕੰਮ ਤੇ ਜਾ ਰਿਹਾ, ਰਾਤ ਨੂੰ ਹੁੰਦੇ ਜੇ, ਰਾਤ ਨੂੰ ਵੀ ਹੁੰਦੇ ਜੇ। ਅੱਛਾ ਜੀ, ਦਿੱਲੀ ਰੋਡ ਦੇ ਬਾਹਰ ਚਲੇ ਜਾਓ, ਅੱਛਾ, ਅੱਜ ਰਾਤ ਨੂੰ ਲੰਘਣਾ, ਅੱਛਾ, ਇੱਕ ਮੋੜੀਆ ਪੁਲ ਦੇ ਬਾਹਰ, ਤੇ ਰਾਤ ਨੂੰ ਚਲਾਨ ਹੋ ਰਹੇ ਹੋਣਗੇ, ਜਦੋਂ ਮਰਜ਼ੀ ਆ ਕੇ ਧੱਕਾ ਲੈਣਾ। ठीक है, और मैं अपने जो वज़ीर है ना पंजाब है, उससे एक ना दरख्वास्त करना चाहता हूँ कि जो लोग कारोबार कर रहे हैं ना, दुकानें खोल के बैठ रहे हैं, तो खुदारा इनके ऊपर FIR ना दें। इनके जो छोटे छोटे बच्चे हैं उनको पता है कि हमारे जो वालिदैन है ना, वो हक हलाल का कमा के हमें खिला रहे हैं,
और जब उनको ठीक है, FIR जब उनको पता चलता है FIR होती है तो बच्चों को क्या पता होगा कि वो दुकान बंद करते करते उसके ऊपर FIR हो गई है, या मोटरसाइकिल पे उसके पास। नहीं, जब वो कहीं रोका जाएगा, हाँ, जब वो कहीं रोका जाएगा तो उनको जो वो तेरे खिलाफ FIR है, वो मुजरम हो गया। सारी जिंदगी उन्होंने नहीं पता कि दुकान बंद करते करते मैंने मेरे FIR। सारी जिंदगी का स्टेटस तबाह। हाँ जी। ठीक है, तो मैं एक जगह के बंदे सुलह कराने चला गया, अच्छा और मैं सुलह कराने कराने ਉਹ ਕੀ ਹੋ ਗਿਆ ਭਾਜੀ, ਉਹਨਾਂ ਦੀ ਲੜਾਈ ਹੋ ਗਈ अच्छा ਵਿੱਚ, ਮੈਂ ਸੁਲਹ ਕਰਾ ਰਿਹਾ ਸਾਂ, ਅੱਛਾ। ਉਹ ਪੁਲਿਸ ਨੇ ਮੈਨੂੰ ਨਹੀਂ ਫੜ ਲਿੱਤਾ, ਹਾਲਾਂਕਿ ਮੈਂ ਸੁਲਹ ਕਰਾ ਰਿਹਾ ਸਾਂ। ਇਹ ਗੱਲ ਕੋਈ 7 ਸਾਲ ਪਹਿਲੇ ਦੀ ਹੈ। अच्छा ਤੇ ਉਹ ਕਹਿੰਦੀ ਇਹਦੇ ਤੇ ਵੀ ਪਰਚਾ ਦੇਣਾ ਹੈ ਮੇਰੇ ਤੇ, 7 ਸਾਲ ਪਹਿਲੇ ਦੀ ਗੱਲ ਹੈ। ਮੈਂ ਨਾ ਦੱਸ ਲਗਾ ਵਾਂ ਕਿ ਕੈਸੇ ਲੋਕ ਨੇ। ਉਹ ਮੈਂ ਕਿਹਾ ਭਾਈ ਮੈਂ ਤੇ ਸੁਲਹ ਕਰਾਣਾ ਆ, ਕਹਿੰਦਾ ਨਹੀਂ ਤੂੰ ਵਿੱਚ, ਤੇਰੀ ਆਵਾਜ਼ ਤੋਂ ਜ਼ਿਆਦਾ ਉੱਚੀ ਹੈ। ਮੈਂ ਕਿਹਾ ਮੇਰੀ ਆਵਾਜ਼ ਤੋਂ ਉੱਚੀ ਹੈ ਸੁਲਹ ਕਰਾਉਣ ਦੇ ਵਿੱਚ, ਲੜਾਉਣ ਦੇ ਉਹ ਵਿੱਚ ਨਾ ਲੜੋ, ਉਹ ਨਾ ਲੜੋ। ਭਾਜੀ ਉੱਥੇ ਲਈ ਤੇ ਕਰਕੇ ਤੇ ਮੈਂ ਆਪਣੀ ਜਾਨ ਬਚਾਈ। ਇਹ 7 ਸਾਲ ਪਹਿਲੇ ਦੀ ਗੱਲ ਜੀ, ਹਿਸਾਬ ਲਾਓ। ਇਹ 2016 ਦੀ ਗੱਲ ਹੋਣੀ ਜਾਂ 17 ਦੀ ਚਲੋ ਗੱਲ ਉਸ ਟਾਈਮ ਤੁਹਾਡੀ ਮਨਪਸੰਦ ਹਕੂਮਤ ਸੀ। ਨਹੀਂ ਉਹ ਹਾਲ ਇਹ ਹਮੇਸ਼ਾ ਨੈਗੇਟਿਵਿਟੀ ਗੱਲਾਂ ਕਰਦੇ ਨੇ। ਸਾਰਾ ਅਸੀਂ ਮੀਆਂ ਸਾਰਾ ਬੜਾ ਪਿਆਰ ਕਰਨੇ ਆ, ਉਹ ਵੀ ਤੁਹਾਡੇ ਨਾਲ ਕਰਦੇ ਨੇ। ਬਹੁਤ ਪਿਆਰ ਮੇਰਾ। ਔਰ ਬਾਏ ਫੇਸ ਮੀਆਂ ਸ਼ਬਾਸ਼ੀ ਸਾਹਿਬ ਮੈਨੂੰ ਜਾਣਦੇ ਨੇ, ਅੱਛਾ, ਕਿਉਂਕਿ ਮੈਂ ਉਹਨਾਂ ਨੂੰ ਬੜੀ ਜਗ੍ਹਾ ਤੇ ਬੜੇ ਜਲਸਿਆਂ ਤੇ ਔਰ ਨਹੀਂ ਹਮਦਰਦ ਮੈਂ ਤੁਹਾਨੂੰ ਦੇਖਿਆ ਤੁਸੀਂ ਆਪਣਾ ਤਾਰੜ ਸਾਹਿਬ ਨਾਲ ਵੀ ਤੁਹਾਡੀ ਬੜੀਆਂ ਹੈ। ਮੇਰੇ ਵੱਡੇ ਭਾਈ ਨੇ, ਦੱਸੇ ਬੜੇ ਆਸਾਨ ਨੇ ਉਹਨਾਂ ਦੇ ਮੇਰੇ ਤੇ। ਤਾਰੜ, ਅਤਾਉਲਾ ਤਾਰੜ ਸਰ ਦੇ ਮੇਰੇ ਤੇ ਮੇਰੀ ਫੈਮਿਲੀ ਦੇ ਬੜੇ ਆਸਾਨ ਨੇ, ਉਹ ਮੈਂ ਸਾਰੀ ਜ਼ਿੰਦਗੀ ਨਹੀਂ ਲਾ ਸਕਦਾ। ਹਾਂ, ਅਤਾਉਲਾ ਉਹ ਤਾਰੜ ਵਧੀ ਤੁਹਾਨੂੰ ਉਹਨਾਂ ਨਾਲ ਵੀ। ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਨਾ, ਅੱਛਾ, ਵੱਡੇ ਭਰਾਵਾਂ ਦੀ ਤਰ੍ਹਾਂ। ਵੱਡੇ ਭਰਾਵਾਂ ਦੀ ਤਰ੍ਹਾਂ। ਅੱਛਾ, ਇਹ ਬਟ ਸਾਹਿਬ